ओंकार सतनाम करता पुरख निर्भव निर्वैर अकाल मूरत अजूनी सैभं गुर प्रसाद दंडौत बंदन अनक बार सर्व कला समरथ डोलन ते राखो प्रभु नानक दे कर हथ डोलन ते राखो प्रभु नानक दे कर हथ। परम सन्मान योग गुरु रूप सत्संग जीओ, कुछ समा गुरु के विचार आप जी दे सरमुख रख सका। उस तो पहले 10वें पातशाह दी बख्शिश कीती होई पावन पवित्र फतेह सनिमर प्रवान करनी। वाहिगुरु जी का खालसा वाहिगुरु जी की फतेह। 10वें पातशाह दी पावन बाणी मारे सच्चे बादशाह जी कहते ने, जब जब होत अरिष्ट अपारा तब तब देह धरत अवतारा। जद कदी भी संसार विच अरिष्ट पुणा वध जांदा है, अधर्म वध जांदा है, पाप वध जांदे हन, कुकर्म वध जांदे हन। उस वक्त गुरु गोबिंद सिंह महाराज कहते ने, कोई ना कोई मुक्त आत्मा शरीर धारण करके संसार विच आ जाती है। जब जब होत अरिष्ट अपारा तब तब देह धरत अवतारा। तुलसीदास भी कहते ने, जब जब होत धर्म की हानि बाढ़ै अधम असुर अभिमानी। तब तब विवध धर प्रभु शरीरा हरे कृपा निध सज्जन पीड़ा। जदों धर्म की हानि होवे, अधर्म का वाधा होवे, पाप वध जान। जब जब होत धर्म की हानि बाढ़ै अधम असुर अभिमानी। अधम कहंदे ने पापी लोकां नूं, असुर राक्षस प्रवृत्ति दे लोग जदों बहुत वध जांदे हन, तब तब विवध धर प्रभु शरीरा हरे कृपा निध सज्जन पीड़ा। उस वक्त फिर परमात्मा किसी मुक्त आत्मा नूं संसार दे विच भेज देंदे हन। जद कदी अधर्म दा वाधा होवे, धर्म दा नुकसान होवे, धर्म दी गल सुन के कोई राजी ना होवे, उस वक्त फिर कृष्ण गीता दे विच कहंदे ने, यदा यदा हि धर्मस्य ग्लानिर्भवति भारतः अभ्युत्थानम् अधर्मस्य तदात्मानं सृजाम्यहम्। जद कदी भी अधर्म वधदा है तो कृष्ण कहंदे ने, मैनू संसार ते आउणा पैंदा है। फिर उस वक्त आउणा पैंदा है। पाप जदों बहुत वध जांदे हन, कलमल होई मेदनी अरदास करे विल लाए। धरती ने जिस वक्त तड़फदियां होयां पुकार कीती है, भाई साहब भाई गुरदास जी ने
ਧਰਤੀ ਦੀ ਤੇ ਪ੍ਰਮਾਤਮਾ ਦੇ ਵਿੱਚ ਜੋ ਵਿਚਾਰ ਹੋਈ ਹੈ, ਜੋ ਗੱਲਬਾਤ ਹੋਈ ਹੈ, ਭਾਈ ਗੁਰਦਾਸ ਜੀ ਨੇ ਬੜੇ ਕਮਾਲ ਦੇ ਢੰਗ ਨਾਲ ਉਸ ਨੂੰ ਲਿਖਿਆ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਇਸ ਧਰਤੀ ਨੇ ਪ੍ਰਮਾਤਮਾ ਦੇ ਅੱਗੋਂ ਪੁਕਾਰ ਕੀਤੀ ਹੈ ਤੇ ਪ੍ਰਮਾਤਮਾ ਨੇ ਪੁੱਛਿਆ ਵੀ ਤੈਨੂੰ ਕੀ ਤਕਲੀਫ ਹੈ, ਤੈਨੂੰ ਪਰੇਸ਼ਾਨੀ ਕੀ ਹੈ। ਜੈਸੇ ਡਾਕਟਰ ਕੋਲ ਕੋਈ ਜਾਵੇ ਨਾ ਤਾਂ ਸਭ ਤੋਂ ਪਹਿਲਾ ਸਵਾਲ ਡਾਕਟਰ ਦਾ ਹੁੰਦਾ ਵੀ ਤੈਨੂੰ ਪਰੇਸ਼ਾਨੀ ਕੀ ਹੈ, ਤਕਲੀਫ ਕੀ ਹੈ, ਤੂੰ ਕਿਉਂ ਇੱਥੇ ਆਇਆ ਹੈ। ਤੇ ਕਿਸੇ ਨੂੰ ਕੋਈ ਪਰੇਸ਼ਾਨੀ ਹੋਵੇ ਤਾਂ ਹੀ ਬੰਦਾ ਡਾਕਟਰ ਕੋਲ ਜਾਂਦਾ ਹੈ, ਉਂਝ ਤਾਂ ਨਹੀਂ ਨਾ ਕੋਈ ਜਾਂਦਾ। ਕੋਈ ਪਰੇਸ਼ਾਨੀ ਹੋਵੇ, ਤਕਲੀਫ ਹੋਵੇ, ਕੋਈ ਦੁੱਖ ਹੋਵੇ ਤਾਂ ਹੀ ਬੰਦਾ ਜਾਂਦਾ ਹੈ ਨਾ। ਪਰਮਾਤਮਾ ਨੇ ਪੁੱਛਿਆ ਧਰਤੀ ਨੂੰ ਵੀ ਤੈਨੂੰ ਕੀ ਪਰੇਸ਼ਾਨੀ ਹੈ, ਤੈਨੂੰ ਤਕਲੀਫ ਕੀ ਹੈ। ਪਰਮਾਤਮਾ ਪੁੱਛਦੇ ਨੇ ਤੇ ਧਰਤੀ ਜਵਾਬ ਦਿੰਦੀ ਹੈ। ਪਰਮਾਤਮਾ ਨੇ ਪੁੱਛਿਆ ਵੀ ਕਿਆ ਤੇਰੇ ਉੱਤੇ ਪਰਬਤਾਂ ਦਾ ਭਾਰ ਬਹੁਤ ਜ਼ਿਆਦਾ ਹੈ ਤਾਂ ਮੈਂ ਉਹ ਘੱਟ ਕਰ ਦਿੰਦਾ ਹਾਂ। ਅਗਰ ਪਰਬਤਾਂ ਦਾ ਭਾਰ ਬਹੁਤ ਹੈ ਤਾਂ, ਅਗਰ ਤੇਰੇ ਉੱਤੇ ਵਨਸਪਤੀ ਦਾ ਭਾਰ ਬਹੁਤ ਜ਼ਿਆਦਾ ਹੈ ਤਾਂ ਮੈਂ ਉਹ ਘੱਟ ਕਰ ਦਿੰਦਾ ਵਾਂ। ਅਗਰ ਤੇਰੇ ਉੱਤੇ ਨਦੀਆਂ ਦਾ ਭਾਰ, ਪਾਣੀ ਦਾ ਭਾਰ ਬਹੁਤ ਜ਼ਿਆਦਾ ਹੈ ਤਾਂ ਮੈਂ ਉਹ ਘੱਟ ਕਰ ਦਿੰਦਾ ਵਾਂ। ਕਿਉਂਕਿ 3 ਹਿੱਸੇ ਪਾਣੀ ਹੈ, 1 ਹਿੱਸਾ ਧਰਤੀ ਦਾ ਹੈ। ਅਗਰ ਪਾਣੀ ਦਾ ਭਾਰ ਬਹੁਤ ਹੈ ਤਾਂ ਮੈਂ ਉਹ ਘੱਟ ਕਰ ਦੇਣਾ ਵਾ। ਜੀਵ ਜੰਤੂਆਂ ਦਾ ਭਾਰ ਅਗਰ ਤੇਰੇ ਉੱਤੇ ਬਹੁਤ ਜ਼ਿਆਦਾ ਹੈ, ਮਨੁੱਖਾਂ ਦਾ ਭਾਰ ਬਹੁਤ ਜ਼ਿਆਦਾ ਹੈ ਤਾਂ ਪਰਮਾਤਮਾ ਕਹਿੰਦੇ ਨੇ ਮੈਂ ਉਹ ਘੱਟ ਕਰ ਦੇਣਾ ਵਾ। ਅਗਰ ਤੇਰੇ ਉੱਤੇ ਮਹਿਲ ਮਾੜੀਆਂ ਦਾ ਭਾਰ ਬਹੁਤ ਜ਼ਿਆਦਾ ਹੈ ਤਾਂ ਮੈਂ ਉਹ ਘੱਟ ਕਰ ਦੇਣਾ ਵਾ। ਪਰਮਾਤਮਾ ਪੁੱਛੀ ਜਾਂਦੇ ਨੇ ਵੀ ਤੇਰੇ ਉੱਤੇ ਕਿਸ ਚੀਜ਼ ਦਾ ਭਾਰ ਜ਼ਿਆਦਾ ਹੈ। ਭਾਈ ਸਾਹਿਬ ਕਹਿੰਦੇ ਨੇ ਪਰਮਾਤਮਾ ਪੁੱਛੀ ਜਾਂਦੇ ਨੇ ਤੇ ਧਰਤੀ ਇਨਕਾਰ ਕਰੀ ਜਾਂਦੀ ਹੈ, ਮੇਰੇ ਉੱਤੇ ਇਹ ਵੀ ਭਾਰ ਨਹੀਂ ਹੈ, ਇਹ ਵੀ ਭਾਰ ਨਹੀਂ ਹੈ, ਇਹ ਵੀ ਭਾਰ ਨਹੀਂ ਹੈ, ਮੇਰੇ ਉੱਤੇ ਕੋਈ ਭਾਰ ਨਹੀਂ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਆਪਣੀਆਂ ਵਾਰਾਂ ਦੇ ਅੰਦਰ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਿਸੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਿਰੰਦੇ, ਨਾ ਤਿਸ ਭਾਰੇ ਸਾਇਰਾਂ ਨਗ ਵਾਹ ਵਹੰਦੇ। ਮੇਰੇ ਉੱਤੇ ਕੋਈ ਭਾਰ ਨਹੀਂ ਹੈ, ਨਾ ਤਿਸ ਭਾਰੇ ਕੋਈ ਭਾਰ ਨਹੀਂ ਹੈ। ਨਾ ਪਰਬਤਾਂ ਦਾ ਭਾਰ ਹੈ, ਨਾ ਨਦੀਆਂ ਦਾ ਭਾਰ, ਨਾ ਜੀਵ ਜੰਤੂਆਂ ਦਾ ਭਾਰ, ਨਾ ਦਰਖਤਾਂ ਦਾ ਭਾਰ ਹੈ, ਕਿਸੇ ਚੀਜ਼ ਦਾ ਭਾਰ ਨਹੀਂ ਹੈ। ਤੇ ਪ੍ਰਮਾਤਮਾ ਨੇ ਆਖਿਆ ਫਿਰ ਤੂੰ ਰੋਂਦੀ ਕਿਉਂ ਹੈ, ਫਿਰ ਤੂੰ ਕੁਰਲਾ ਕੇ ਅਰਦਾਸ ਕਿਉਂ ਕਰਦੀ ਹੈ। ਫਿਰ ਭਾਈ ਗੁਰਦਾਸ ਕਹਿੰਦੇ ਨਾ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੀ ਪਠਾਇਆ। ਧਰਤੀ ਕੋਲੋਂ ਪੁੱਛਿਆ ਤੇ ਧਰਤੀ ਇਨਕਾਰ ਕਰਦੀ ਹੈ। ਪ੍ਰਮਾਤਮਾ ਕਹਿੰਦੇ ਨੇ ਫਿਰ ਤੇਰੇ ਉੱਤੇ ਕਿਸ ਚੀਜ਼ ਦਾ ਭਾਰ ਹੈ, ਤੂੰ ਉਹ ਦੱਸ। ਤੇ ਭਾਈ ਸਾਹਿਬ ਕਹਿੰਦੇ ਨੇ ਫਿਰ ਧਰਤੀ ਨੇ ਦੱਸਿਆ ਵੀ ਮੇਰੇ ਉੱਤੇ ਨਾ ਪਹਾੜਾਂ ਦਾ ਭਾਰ ਹੈ, ਨਾ ਨਦੀਆਂ ਦਾ ਭਾਰ, ਨਾ ਵਨਸਪਤੀ ਦਾ ਭਾਰ ਹੈ, ਨਾ ਜੀਵ ਜੰਤੂਆਂ ਦਾ ਭਾਰ ਹੈ, ਨਾ ਵੱਡੇ ਵੱਡੇ ਮਹਿਲਾਂ ਦਾ ਭਾਰ ਹੈ। ਮੇਰੇ ਉੱਤੇ ਕਿਸੇ ਚੀਜ਼ ਦਾ ਭਾਰ ਨਹੀਂ ਹੈ। ਬਸ ਇੱਕ ਚੀਜ਼ ਦਾ ਭਾਰ ਮੇਰੇ ਉੱਤੇ ਬਹੁਤ ਜ਼ਿਆਦਾ ਹੈ, ਸਿਰਫ ਇੱਕ ਚੀਜ਼ ਦਾ। ਉਹ ਕਿਹੜੀ ਹੈ? ਭਾਈ ਸਾਹਿਬ ਕਹਿੰਦੇ ਨੇ ਧਰਤੀ ਨੇ ਦੱਸਿਆ। ਫਿਰ
ਭਾਰੇ ਭੋਏ ਅਕਿਰਤ ਕਣ ਮੰਦੀ ਹੋ ਮੰਦੇ। ਮੇਰੇ ਉੱਤੇ ਅਕਿਰਤ ਕਣ ਬੰਦੇ ਦਾ ਭਾਰ ਬਹੁਤ ਜ਼ਿਆਦਾ ਹੈ। ਅਕਿਰਤ ਕਣ ਬੰਦਾ, ਜਿਤਨਾ ਭਾਰ ਪਹਾੜਾਂ ਦਾ ਨਹੀਂ ਹੈ, ਜਿਤਨਾ ਭਾਰ ਅਕਿਰਤ ਕਣ ਬੰਦੇ ਦਾ ਹੈ। ਇਤਨਾ ਭਾਰ ਪਾਣੀ ਦਾ ਨਹੀਂ ਹੈ, ਜਿਤਨਾ ਭਾਰ ਅਕਿਰਤ ਕਣ ਬੰਦੇ ਦਾ ਹੈ। ਇਤਨਾ ਭਾਰ ਸਾਰੀ ਵਨਸਪਤੀ ਦਾ ਨਹੀਂ ਹੈ, ਜਿਤਨਾ ਭਾਰ ਅਕਿਰਤ ਕਣ ਬੰਦੇ ਦਾ ਹੈ। ਇਤਨਾ ਭਾਰ ਜੀਵ ਜੰਤੂਆਂ ਦਾ ਨਹੀਂ ਹੈ, ਸਾਰੇ ਮਨੁੱਖਾਂ ਦਾ ਵੀ ਨਹੀਂ ਹੈ, ਜਿਤਨਾ ਭਾਰ ਅਕਿਰਤ ਕਣ ਬੰਦੇ ਦਾ ਹੈ। ਸਾਰਿਆਂ ਨੂੰ ਇੱਕ ਪਾਸੇ ਰੱਖ ਦਈਏ ਤੇ ਇੱਕ ਪਾਸੇ ਇੱਕ ਅਕਿਰਤ ਕਣ ਬੰਦਾ ਹੋਵੇ। ਧਰਤੀ ਕਹਿੰਦੀ ਏ ਮੈਨੂੰ ਇਸ ਸਾਰੀਆਂ ਚੀਜ਼ਾਂ ਨਾਲੋਂ ਵੱਧ ਭਾਰ ਲੱਗਦਾ ਹੈ ਜਦ ਕੋਈ ਅਕਿਰਤ ਕਣ ਬੰਦਾ ਮੇਰੀ ਛਾਤੀ ਦੇ ਉੱਤੇ ਪੈਰ ਰੱਖਦਾ ਹੈ ਨਾ, ਤਾਂ ਮੇਰੀ ਛਾਤੀ ਸੜ ਜਾਂਦੀ ਹੈ। ਫਿਰ ਅਕਿਰਤ ਕਣ ਬੰਦਾ। ਅਕਿਰਤ ਕਣ ਕਿਸ ਨੂੰ ਕਹਿੰਦੇ ਨੇ? जिन्हें परमात्मा कोलों दातां प्राप्त कीतियां ने लेकिन कदी शुकराना नहीं कीता है। महाराज दी बाणी भी कहती है कि किया ना जाने अकिरत कण विच जोनी फिरते। जेड़े कीते होए नूं जाणदा नहीं है। परमेश्वर ने सानू इतना कुछ दिता है, शरीर दिता है, शरीर दे विच एक एक अंग साडा बड़ा कीमती है। अखां बेशकीमती ने, ज़बान दी कोई कीमत नहीं है, कन्न कोई कीमत नहीं है। हथ पैर दिते ने परमात्मा ने, इसकी कोई कीमत नहीं है। ज़बान दिती है, उसकी कोई कीमत नहीं है। शरीर दे विच एक एक अंग परमात्मा ने सानू दिता है, अनमोल है, जिहदी कोई कीमत दे नहीं सकता है, कोई नहीं। लेकिन जिस बंदे ने सब कुछ परमात्मा कोलों प्राप्त करके शुकराना ना कीता होवे, धन्नवाद ना कीता होवे, उस नूं कहंदे ने अकिरत कण बंदा। उर्दू फारसी विच कहते ने एहसान फरामोश, जिन्हें एहसान तो लिया है पर शुक्रिया अदा नहीं किया है। जिसने किया न जाने अकिरत कण। जिसने इतना कुछ दिता है, आप पिछले दिन ही विचार आरंभ की सी कि जिहड़ा परमात्मा कोलों दातां लैके शुकराना नहीं करता है, उसनूं गुरबाणी कहती है वो पशु है। उन्होंने मनुख नहीं कहना चाहिए है, वो पशु है। सब जियो पिंड मुख नक दिया, वरतन को पानी, अन्न खाना कपड़ पहनन दिया, रस अन्न पोगाणी, जिन दिए सो चित न आवी, पशु हों कर जानी। महाराज कहंदे ने अपने आप नूं फिर मनुख ना समझी, जिन्हें इतनियां दातां दित्तियां ने, तूं उहदा शुकराना भी नहीं कर सकिया है। जिन्हें इतना कुछ दिता है, वनस्पति दिती है, ऑक्सीजन दिता है, जिसने पानी दिता है, रहन वास्ते धरती दिती है, बेशकीमती पदार्थ दिते हैं, बस्तर दिते हैं, जिन्हें सब कुछ दिता है, जिन्हें मनुखा जन्म दिता है सानू, तुमरी कृपा थे मानुख दे पाई है, देहो दरस हर राया। जिसने इतना कुछ दिता है सानू, अगर असी उसका शुकराना नहीं करते हाँ, तो गुरबाणी कहती है वो बंदा फिर अकिरत कण है, जो लैके शुकराना नहीं करता है। किसे दा रुमाल डिग पवे ना 10 रुपये का, ते कोई सानू चुक के पकड़ा दवे, असी उसका 4 वारी धन्नवाद करते हाँ, उहदे हथ जोड़ते हाँ, तो मेरा रुमाल चुक के ते मैनू पकड़ा दिता वे। 10 रुपए दे रुमाल दा ते शुकराना है,
लेकिन जिस परमात्मा ने इतनियां कीमती वस्तुआं सानू दित्तियां हन, उस परमात्मा दा कोई शुकराना नहीं। कदी अमृत वेले उठ के अरदास भी नहीं कीती, ये तू बड़ी किरपा कीती है, रहमत कीती है मेरे ते। उहदा कोई शुकराना नहीं है। जो शुकराना नहीं करता है वो अकिरत कण बंदा है। अकिरत कण कितना माड़ा होंदा है। अकिरत कण बंदा। भाई साहब भाई गुरदास जी ने उसका भी जिक्र किया कि अकिरत कण बंदा कितना माड़ा होंदा है। भाई साहब कहते ने मद विच रिद्धा पाए के कुत्ते दा मांस, धरिया मानस खोपड़ी तिस मंदी वास, रत्तू भरिया कपड़ा कर कज्जण तास, ढक लै चली चूहड़ी कर भोग विलास, आख सुनाए पुछया लाहे विश्वास। भाई गुरदास जी। भाई साहब कहते ने कि एक मंद औरत ने जिहड़ी सफाई करन वाली चूड़ी जिसनूं कह दिंदे सी, मद विच रिद्धा पाए के कुत्ते दा मास, शराब दे विच बनाया कुत्ते दे मास नूं रिन्निया है ते रखिया किथे वे, धरिया मानस खोपड़ी तिस मंदी वास। मनुख दी खोपड़ी दे विच रखिया वे, कुत्ते दा मांस बनाया शराब दे विच रखिया, मनुख दी खोपड़ी दे विच है, उहदे विच पाया है। रत्तू भरिया कपड़ा कर कज्जण तास, खून दे विच लथपथ एक बहुत ही गंदा कपड़ा जिहदे नाल उस मनुख दी खोपड़ी नूं कज्जिया होया वे, जिहदे विच कुत्ते दा मांस शराब विच बनिया होया पाया वे, उहनूं कज्जिया होया वे बहुत ही किसी गंदे कपड़े दे नाल। ते भाई साहब कहंदे ने ढक लै चली चूहड़ी कर भोग विलास, भोग विलास करके मंदे कर्म करके हथ विच मनुख दी खोपड़ी पकड़ी हुई है, विच कुत्ते दा मांस शराब दे विच रिन्निया होया, एक गंदे कपड़े दे नाल उसनूं कज के ते बाजार दे विचों जांदी पई है। ते भाई साहब कहंदे ने आख सुनाए पुछया लाहे विश्वास, बड़ा उसनूं छुपा के ले जांदी पई है ते किसे ने पुछ लिया भी इहदे विच की है। आखिर ऐसी केड़ी चीज़ है जिन्हों इतना छुपा के ले जांदी पई है। कपड़ा तो बड़ा गंदा लगदा पिया वे, इहदे विच है कि जो इतना छुपा के ले जांदी पई है। भाई साहब कहंदे ने किसे ने पुछया उस चूड़ी नूं ते उन्हें फिर जो जवाब दिता है, कहंदी ये मद विच रिद्धा पाए के कुत्ते दा मांस, धरिया मानस खोपड़ी ते संबंधी वास, रत्तू भरिया कपड़ा कर कज्जण तास, ढक लै चली चूड़ी कर भोग विलास, आख सुनाए पुछया लाहे विश्वास। ते भाई साहब कहंदे ने उन्हें जवाब दिता, नदरी पवे अकिरत कण मत होई विनाश। किधरे किसी अकिरत कण बंदे दी इहदे उत्ते निगाह ना पै जावे, किदे उत्ते कुत्ते दा मांस शराब विच बनिया होया, मनुख दी खोपड़ी दे विच रखिया होया, एक गंदे कपड़े दे नाल उहनूं टकिया होया ते छुपा के ले जांदी पई है। नदरी पवे अकिरत कण मत होए विनाश। भाई साहब कहंदे ने कि उस चूड़ी ने आख्या भी किधरे किसी अकिरत कण बंदे दी इहदे उत्ते निगाह ना पै जावे, इस वास्ते मैं इसनूं छुपा के ले जांदी पई आं। जे किसी अकिरत कण दी निगाह पै गई ना तो भावें कुत्ते दा मांस शराब दे विच रिन्निया होया, ये साडे खाण दे लायक नहीं रह जाना। फिर अकिरत कण बंदा
इतना मारा होंदा है। भारे पोए अकिरत कण मंदी हूँ मंदे। इस तो मंदा कोई होर हो नहीं सकता है। धरती कहती है उस अकिरत कण बंदे दा जिन्हें परमेश्वर कोलों दातां ते लईआं ने, पर कदी उसका शुकराना नहीं किया है। एहसान फरामोश वो बंदा जिस वक्त मेरे उत्ते पैर रखदा है ना, धरती कहती है कि मेरी आत्मा सड़ जाती है। फिर निगुरे का है नाव बुरा। एक कवि ने 2 पंक्तियां लिखियां ने। वो कहते अकिरत कण की अस्थि से पीपल सूक्यो, कन्या कलंकित राज नष्ट 32 कुलखण। कवि की एक छोटी कविता है, 2 पंक्तियां ने, पर उन्हें एक घटना लिखी है। उहदे विच एक कोई संत महापुरुष रोज़ाना गंगा नदी ते इशनान करन जाया करते सन। अपनी झुग्गी विचों रोज़ सवेरे निकलना, इशनान करन जाना। रस्ते दे विच एक पिपल दा पेड़ सी, उहदे थल्ले थोड़ी देर बैठ के आराम करना, फिर इशनान करन चलन जाना। इशनान करके फिर वापस आना, फिर उहदे थल्ले थोड़ी देर बैठना, फिर अपनी झुग्गी विच आके ते फिर जिहड़ा अपना उन्हां दा नेम सी प्रभु की बंदगी करना, वो फिर नितनेम अपना करया करते सन। रोज़ाना दा ये निज़म सी उन्हां दा। एक दिन अचानक उन्होंने वेख्या कि जिहड़ा पेड़ पिपल दा हरा भरा सी अज बिल्कुल सुक गया है। एक भी पत्ता हरा नहीं है, पूरा दरख्त ही उजड़ गया, बिल्कुल उजड़ चुका है दरख्त। बड़े हैरान होए, कल तक हरा भरा सी, अज एकदम ही उजड़ गया वे, सारा ही सुक गया। देखिए तो सही भी कारण की है, एकदम ऐसा क्यों होया वे। उन्होंने दरख्त ते झात मारी, किधरे कुछ नज़र नहीं आया, पर पिपल दे दरख्त दे सब तो उपर ही उपर ना एक इल दा आलना सी, चील जिसनूं कह दिंदे आ, जो मुर्दार खांदी है। उहदा आलना सी ते उन्हां संतां ने सोचिया भी शायद इहदे विच कोई ऐसी चीज़ होवे। उपर चढ़ के जदों इल दे आलने दे विच वेख्या ना, तो एक हड्डी पई हुई सी उहदे विच। वो हड्डी सी एक मनुख दी। चुक लियाए अपनी दिव दृष्टि दे नाल उन्होंने वेख्या भी एक ऐसे मनुख दी हड्डी है जिन्हें कदी परमेश्वर दा नाम नहीं जपिया है, जो कदी अमृत वेले नहीं उठिया है, जिन्हें कदी शुकराना नहीं कीता है, धन्नवाद नहीं कीता परमेश्वर दा, कदी सत संगत दे विच नहीं आया है, कदी रब नूं याद नहीं कीता है। जैसे भगत कबीर साहब कहंदे ने, कबीर साकत ते शुकर भला राखे अच्छा गाँव, साकत बपरा मर गया कोई ना ले है नाव। साकत मनुख ते इतना माड़ा हुंदा है। साकत किस नूं कहंदे ने? साकत हर रस साध ना जानिया तिन अंतर होमे कंडा है। ज्यों ज्यों चले चुबे दुख पावे, जमकाल सहे सिरडंडा है। उन्होंने कहते हैं साकत पुरुष, जिन्हें परमेश्वर नूं कदी याद नहीं किया है, कदी शुकराना नहीं किया है, उसनूं कहते नहीं। ये ऐसे मनुख दी हड्डी है जिन्हें कदी परमेश्वर दा नाम नहीं जपिया है। अज इसने पिपल दा नुकसान किया वे, किसी होर दा नुकसान ना करे। उस हड्डी नूं चुक के ते अपने झुग्गी विच ले आए, उन्हों पीस के एक पुड़ी बना के रख दी भी किसी होर दा नुकसान ना करे। कल इशनान करन जावांगे तो इनू गंगा दे विच बहा देंगे,
ताकि किसी होर दा नुकसान ना करे। अज इसने पिपल सुका दिता वे, इहदे आउण नाल पिपल सुक गई है। ये संत महापुरुष किधरे सैर करन चले गए। इन्हां दे कोल एक राजे दी लड़की जो कुआरी सी रोज़ दर्शन करन आया करदी सी, कुछ उपदेश लैंदी सी। जांदी वार महापुरुष कुछ प्रसाद इसनूं रोज़ देंदे सन। वो जद आई है, संत महापुरुष मिले नहीं अपनी झुग्गी विच, तो उन्हें सोचा भी हो सकता है मेरे वास्ते कोई प्रसाद रख के गए होन, अज तां मिले नहीं हैं। इहदी निगाह पै गई उस हड्डी जो पीस के पुड़ी बन के रखी हुई सी उहदे उत्ते। खोल के उसने चुटकी भर के ते मूँह विच पा ली। ये विद्वान कहंदा उस बच्ची नूं गर्भ हो गया है। अकिरत कण इतना माड़ा है। राजे नूं पता लगा कि मेरी बच्ची नूं कलंक लग गया है, संतां तो अलावा किधरे होर जांदी नहीं है। हो सकता है कि ये कालख उन्हां ने ही पोती है, ये कलंक उसे ने लाया। एक नहीं सुनी, उन्हां संतां नूं बुला के अपने महल दे विच उहनूं मौत दी सज़ा दे दिती है, मौत दे घाट उतार दिता है। संत महापुरुष नूं सजा देण करके कुछ समय बाद ये राज जो हरा भरा राज सी, जो चहल पहल सी राज दे विच सारी नष्ट हो गई है। राज सारा उजड़ गया है। वो विद्वान कहता है अकिरत कण बंदा इतना माड़ा है। अकिरत कण की अस्थि से पीपल सूक्यो, कन्या कलंकित, राज नष्ट, बत्ती कुलखण। अकिरत कण बंदा इतना माड़ा है कि उहदे नाल पिपल सुक गया है। संतां नूं मौत दी सज़ा मिली, बच्ची नूं कलंक लग गया, राज सारा उजड़ गया है। बत्ती कुलखण अकिरत कण बंदे दे विच कोई लखण नहीं होंदा है, सारे कुलखण हुंदे ने उहदे विच। जिहड़ा बंदा नाम नहीं जपदा है। फरीदा तिन्ना मुख डरावणे, जिन्ना विसारियो नाओ, ऐथे दुख कनेरियां, अगे ठौर ना ठाओ। जिहड़े नाम नहीं ना जपदे, जो नाम नूं विसार दिंदे हन, वो तो ना इस संसार विच कोई मान प्राप्त कर सकते ने, ना परमात्मा की दरगाह विच किधरे भी उसका कोई स्थान नहीं है उसका। भाई साहब भाई गुरदास जी कहते हैं कि उस वक्त जदों अकिरत कण बंदे बहुत वध गए सन, हर पासे पाप ही पाप, तशद्दद अधर्म ही अधर्म जदों फैल चुका सी, राक्षस प्रवृत्ति दे लोग जदों संसार विच बहुत वध गए सन, उस वक्त धरती ने पुकार की, निरंकार ने पुकार सुनी, सुनी पुकार दातार प्रभ, गुरु नानक जग माही पठाया। गुरु नानक सच्चे पातशाह जी संसार ते आए हैं। भाई गुरदास जी ही कहते हैं कि जिस वक्त गुरु नानक सच्चे पातशाह जी आए हैं ना, तो फिर मिट्टी धुंध जग चानन हुआ, ज्यों कर सूरज निकलिया, तारे छपे अंधेर पलोआ। सतगुर नानक प्रगटिया, मिट्टी धुंध जग चानन हुआ। हर पासे धुंध ही धुंध छाई हुई सी, हर पासे। ए सर्दी दे दिन ने ना, कई इलाकों विच बहुत धुंध पैंदी है। जैसे पंजाब दे विच बड़ी धुंध पैंदी है, हिमाचल विच बहुत धुंध पैंदी है, बर्फ पैंदी है। धुंध विच कुछ दिखाई नहीं देता है, कोई रास्ता दिखाई नहीं देता है। धुंध दीवियां दे जगाण नाल भी नहीं जाती है, धुंध लाइट जगाण नाल भी नहीं जाती है। जब रोड ते चलते हैं ना, धुंध होवे, कोई 20-50 फुट तो ज़्यादा अगे कुछ दिखाई नहीं देता, गड्डियां दी स्पीड बड़ी घट जाती है,
लाइटां जगा के चलना पैंदा है दिन वेले भी, क्योंकि रस्ता दिखाई नहीं देंदा है। फिर ਧੁੰਦ ਦੇ ਵਿੱਚ ਕੁਛ ਦਿਖਾਈ ਨਹੀਂ ਦਿੰਦਾ ਹੈ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹਉ ਪਾਲ ਵਿਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ। ਕਿਸੇ ਪਾਸੇ ਕੋਈ ਰਸਤਾ ਨਜ਼ਰ ਨਹੀਂ ਸੀ ਆਉਂਦਾ, ਕਿਸੇ ਹੀ ਪਾਸੇ। ਧੁੰਦ ਕੋਈ ਇੱਕ ਪ੍ਰਕਾਰ ਦੀ ਨਹੀਂ ਹੁੰਦੀ ਹੈ। ਧਾਰਮਿਕ ਧੁੰਦ, ਸਮਾਜਿਕ ਧੁੰਦ, ਰਾਜਨੀਤਿਕ ਧੁੰਦ। ਇਸ ਤਰ੍ਹਾਂ ਧੁੰਦ ਤਿੰਨ ਹਿੱਸਿਆਂ ਵਿੱਚ ਆਪਾਂ ਵੰਡ ਸਕਦੇ ਹਾਂ ਉਸ ਨੂੰ। ਧੁੰਦ ਬਣਦੀ ਕਿਸ ਤਰ੍ਹਾਂ ਹੈ? ਜਦੋਂ ਪਾਪ ਤੇ ਪਾਪ ਮਨੁੱਖ ਕਰੀ ਜਾਂਦਾ ਹੈ ਫਿਰ ਧੁੰਦ ਬਣ ਜਾਂਦੀ ਹੈ। ਪਾਪ ਫਿਰ ਆਦਤ ਬਣ ਜਾਂਦੀ ਹੈ, ਪਾਪ ਫਿਰ ਸੁਭਾਅ ਬਣ ਜਾਂਦੇ ਨੇ। ਮਨੁੱਖ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਚੰਗਾ ਕੀ ਹੈ ਤੇ ਮਾੜਾ ਕੀ ਹੈ, ਪਾਪ ਕਰਮ ਕੀ ਹਨ ਤੇ ਪੁੰਨ ਕਰਮ ਕੀ ਹਨ। ਫਿਰ ਕੁਛ ਪਤਾ ਨਹੀਂ ਚੱਲਦਾ, ਕੋਈ ਰਸਤਾ ਦਿਖਾਈ ਦਿੰਦਾ ਹੀ ਨਹੀਂ ਹੈ। ਧਾਰਮਿਕ ਧੁੰਦ ਉਸ ਵਕਤ ਲੋਕ ਪੱਥਰਾਂ ਦੀ ਪੂਜਾ ਕਰ ਰਹੇ ਨੇ, ਦਿਸ਼ਾਵਾਂ ਦੀ ਪੂਜਾ ਕਰ ਰਹੇ, ਵਨਸਪਤੀ ਦੀ ਪੂਜਾ ਕਰ ਰਹੇ ਨੇ, ਪਸ਼ੂਆਂ ਦੀ ਪੂਜਾ ਕਰ ਰਹੇ ਹਨ। ਕਈ ਤਰ੍ਹਾਂ ਦੇ ਵਰਤ ਰੱਖੇ ਜਾ ਰਹੇ ਹਨ। ਬਾਹਮਣ ਤੇ ਮੁਲਾਣੇ ਜਿਹੜੇ ਧਰਮ ਦੇ ਆਗੂ ਸਨ, ਕਾਜੀ ਹੋਏ, ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ, ਉਹ ਇਸ ਤਰ੍ਹਾਂ ਬਣ ਚੁੱਕੇ ਸਨ। ਜਿਹੜੇ ਪੰਡਤ ਸਨ, ਜਿਹੜੇ ਧਰਮ ਦੇ ਆਗੂ ਬਣੇ ਸਨ, ਉਹਨਾਂ ਨੂੰ ਆਪਣੀ ਰੋਟੀ ਦੀ ਚਿੰਤਾ ਸੀ, ਨਾ ਕਿ ਜਜਮਾਨ ਦੀ ਚਿੰਤਾ ਸੀ। ਉਹਨਾਂ ਆਪਣੀ ਰੋਟੀ ਵਾਸਤੇ ਉਹਨੇ ਕਈ ਤਰ੍ਹਾਂ ਦੇ ਯੱਗ ਚਲਾ ਦਿੱਤੇ, ਕਈ ਤਰ੍ਹਾਂ ਦੇ ਵਰਤ ਚਲਾ ਦਿੱਤੇ, ਕਈ ਤਰ੍ਹਾਂ ਦੇ ਜਿਹੜੀਆਂ ਆਤਮਾਵਾਂ ਸੰਸਾਰ ਤੋਂ ਚਲੀਆਂ ਗਈਆਂ ਹਨ, ਕੋਈ ਮਰ ਗਏ ਹਨ, ਉਹਨਾਂ ਦੇ ਕਈ ਤਰ੍ਹਾਂ ਦੇ ਤਰਪਣ ਚਲਾ ਦਿੱਤੇ ਹਨ। ਇਸ ਤਰ੍ਹਾਂ ਵਰਗਲਾ ਕੇ ਤੇ ਆਪਣੀ ਰੋਟੀ ਉਹਨੇ ਪੱਕੀ ਕੀਤੀ ਹੋਈ ਸੀ। ਧਾਰਮਿਕ ਮੰਦਰਾਂ ਦੇ ਵਿੱਚ ਜਿੱਥੇ ਪਸ਼ੂਆਂ ਦੀ ਬਲੀ ਦਿੱਤੀ ਜਾ ਰਹੀ ਸੀ, ਕਈ ਮਨੁੱਖਾਂ ਦੀ ਬਲੀ ਦਿੱਤੀ ਜਾਂਦੀ ਸੀ। ਸ਼ੂਦਰਾਂ ਦਾ ਮੰਦਰਾਂ ਦੇ ਵਿੱਚ ਆਉਣਾ ਇੱਕ ਬਹੁਤ ਵੱਡਾ ਪਾਪ ਗਿਣਿਆ ਜਾਂਦਾ ਸੀ ਸ਼ੂਦਰਾਂ ਦਾ। ਭਗਤ ਨਾਮਦੇਵ ਜੀ ਕਹਿੰਦੇ ਨਾ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੀਠਲਾ। ਮੰਦਰਾਂ ਦੇ ਵਿੱਚ ਸ਼ਰਾਬਾਂ ਚੜ੍ਹਦੀਆਂ ਨੇ, ਮਾਸ ਚੜ੍ਹਦਾ ਵੇ, ਬਲੀਆਂ ਚੜ੍ਹਾਈਆਂ ਜਾਂਦੀਆਂ ਨੇ। ਗਰੀਬ ਬੰਦੇ ਦਾ ਅੰਦਰ ਵੜਨਾ ਮੁਸ਼ਕਲ ਹੋਇਆ ਪਿਆ ਹੈ। ਕੋਈ ਗਰੀਬ, ਕੋਈ ਨੀਵੀਂ ਜਾਤ ਦਾ ਵੇਦਾਂ ਦਾ ਪਾਠ ਨਹੀਂ ਸੁਣ ਸਕਦਾ। ਇਸ ਤਰ੍ਹਾਂ ਜੋ ਹੈ ਚਾਰੋਂ ਪਾਸੇ ਧਾਰਮਿਕ ਧੁੰਦ ਛਾਈ ਹੋਈ ਸੀ। ਰਾਜਨੀਤਿਕ ਧੁੰਦ, ਜਿਹੜੇ ਰਾਜੇ ਸਨ, ਜਿਨ੍ਹਾਂ ਦਾ ਕੰਮ ਸੀ ਪ੍ਰਜਾ ਦੀ ਰੱਖਿਆ ਕਰਨੀ। ਰਾਜੇ ਹੋ ਗਏ ਅਯਾਸ਼, ਰਾਜੇ ਪਾਪ ਕਮਾਉਂਦੇ, ਉਲਟੀ ਵਾੜ ਖੇਤ ਕੋ ਖਾਈ। ਵਾੜ ਹੀ ਖੇਤ ਨੂੰ ਖਾਣ ਲੱਗ ਪਈ ਸੀ। ਰਾਜਿਆਂ ਦਾ ਕੰਮ ਸੀ ਪ੍ਰਜਾ ਦੀ ਰੱਖਿਆ ਕਰਨਾ, ਪ੍ਰਜਾ ਦੀ ਸੁਰੱਖਿਆ ਕਰਨਾ, ਪ੍ਰਜਾ ਦੇ ਦੁੱਖ ਸੁੱਖ ਦੂਰ ਕਰਨੇ, ਬੱਚਿਆਂ ਦਾ ਖਿਆਲ ਰੱਖਣਾ, ਉਹਨਾਂ ਦੀ ਇੱਜ਼ਤ ਆਬਰੂ ਦਾ ਖਿਆਲ ਰੱਖਣਾ। ਇਹ ਸਭ ਰਾਜਿਆਂ ਦੇ ਕੰਮ ਹੋਇਆ ਕਰਦੇ ਸਨ। ਪ੍ਰਜਾ ਨੂੰ ਔਲਾਦ ਦੀ ਤਰ੍ਹਾਂ ਪਾਲਣਾ। ਪਰ ਰਾਜੇ ਸੀਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਚਾਕਰ ਨਾਹੰਦਾ ਪਾਇਨ ਕਾਓ, ਰਤ ਪਿੱਤ ਕੁੱਤਿਓ ਚਟ ਜਾਓ। ਐਸੀ ਰਾਜਨੀਤੀ ਦੀ ਹਾਲਤ ਬਣ ਚੁੱਕੀ ਸੀ। ਮੈਂ ਬਹੁਤਾ ਵਿਸਤਾਰ ਨਾ ਕਰਾਂ। ਸਮਾਜ ਦੀ ਹਾਲਤ ਵੀ ਬਹੁਤ ਬੁਰੀ ਸੀ। ਸਮਾਜ ਵਿੱਚ ਕਈ ਤਰ੍ਹਾਂ ਦੀਆਂ ਕੁਰੀਤੀਆਂ ਚੱਲ ਰਹੀਆਂ ਸਨ, ਜੈਸੇ ਪਰਦਾ ਪ੍ਰਥਾ, ਦਹੇਜ ਪ੍ਰਥਾ, ਸਤੀ ਪ੍ਰਥਾ। ਇਸਤਰੀ ਨੂੰ ਇੱਕ ਵਸਤੂ ਸਮਝਿਆ ਜਾਂਦਾ ਸੀ, ਇਸਤੇਮਾਲ ਕਰਨ ਦੀ ਚੀਜ਼, ਬਸ। ਇਸ ਤੋਂ ਜ਼ਿਆਦਾ ਕੁਛ ਨਹੀਂ ਸੀ।
ਇਸਤਰੀ ਦਾ ਮੰਦਰਾਂ ਦੇ ਵਿੱਚ ਪ੍ਰਵੇਸ਼ ਵਰਜਿਤ ਸੀ। ਸਮਾਜ ਵਿੱਚ ਉੱਚੇ ਅਹੁਦਿਆਂ 'ਤੇ ਇਸਤਰੀਆਂ ਨੂੰ ਰੱਖਿਆ ਨਹੀਂ ਸੀ ਜਾਂਦਾ, ਬਲਕਿ ਸਮਾਜ ਵਿੱਚ ਬਹਿਣ ਨਹੀਂ ਸੀ ਦਿੱਤਾ ਜਾਂਦਾ, ਪਰਦਿਆਂ ਦੇ ਵਿੱਚ ਰੱਖਿਆ ਜਾਂਦਾ ਸੀ। ਸਮਾਜ ਦੀ ਹਾਲਤ ਐਸੀ ਸੀ। ਉਸ ਵਕਤ ਜਦੋਂ ਸਮਾਜਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ, ਧਾਰਮਿਕ ਤੌਰ 'ਤੇ ਹਰ ਪਾਸੇ ਧੁੰਦ ਹੀ ਧੁੰਦ ਛਾਈ ਹੋਈ ਸੀ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸੂਰਜ ਬਣ ਕੇ ਸੰਸਾਰ ਦੇ ਵਿੱਚ ਪ੍ਰਗਟ ਹੋਏ ਹਨ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ, ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ, ਅੰਧੇਰ ਪਲਵਾ। ਜੈਸੇ ਸੂਰਜ ਦੇ ਨਿਕਲਣ ਦੇ ਨਾਲ ਧੁੰਦ ਦੂਰ ਹੋ ਜਾਂਦੀ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਆਉਣ ਨਾਲ ਸਮਾਜਿਕ ਧੁੰਦ, ਰਾਜਨੀਤਿਕ ਧੁੰਦ ਔਰ ਧਾਰਮਿਕ ਧੁੰਦ, ਸਾਰੇ ਹੀ ਤਰ੍ਹਾਂ ਦੀਆਂ ਜੋ ਧੁੰਦਾਂ ਬਣੀਆਂ ਹੋਈਆਂ ਸਨ, ਜਿੱਥੇ ਕੋਈ ਰਸਤਾ ਦਿਖਾਈ ਨਹੀਂ ਸੀ ਦਿੰਦਾ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸੂਰਜ ਬਣ ਕੇ ਸੰਸਾਰ ਵਿੱਚ ਪ੍ਰਗਟ ਹੋਏ। ਸਮਾਜ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ। ਰਾਜੇ ਮਹਾਰਾਜੇ ਜੋ ਅਯਾਸ਼ ਬਣ ਚੁੱਕੇ ਸਨ, ਉਹਨਾਂ ਨੂੰ ਧਰਮ ਦੇ ਰਸਤੇ 'ਤੇ ਤੋਰਿਆ, ਔਰ ਧਰਮ ਦੇ ਵਿੱਚ ਜਿਹੜੀਆਂ ਕਮੀਆਂ ਆ ਚੁੱਕੀਆਂ ਸਨ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪੰਡਤਾਂ ਨੂੰ, ਬੁਲਾਣਿਆਂ ਨੂੰ, ਕਿਉਂਕਿ ਗੁਰੂ ਨਾਨਕ ਸ਼ਬਦ ਦਾ ਚਾਨਣਾ ਲੈ ਕੇ ਸਾਰੀ ਧਰਤੀ ਦੇ ਉੱਤੇ ਹੀ ਨੌਖੰਡ ਪ੍ਰਿਥਵੀ ਦਾ ਸਤਿਗੁਰਾਂ ਨੇ ਭਰਮਣ ਕੀਤਾ ਹੈ। ਹਰ ਤੀਰਥ ਸਥਾਨ 'ਤੇ ਜਾ ਕੇ ਜਿਹੜੀਆਂ ਕੁਰੀਤੀਆਂ ਉੱਥੇ ਚੱਲਦੀਆਂ ਸਨ ਨਾ, ਸਤਿਗੁਰਾਂ ਨੇ ਸਾਰਿਆਂ ਨੂੰ ਦੂਰ ਕੀਤਾ ਹੈ। ਇੱਕ ਨਵਾਂ ਚਾਨਣਾ ਸੰਸਾਰ ਦੇ ਵਿੱਚ ਸਤਿਗੁਰਾਂ ਨੇ ਫੈਲਾਇਆ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਸੰਸਾਰ ਵਿੱਚ ਪ੍ਰਗਟ ਹੋਏ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਅੱਜ ਕੁਛ ਮਜਬੂਰੀ ਸੀ, ਪਸ਼ੂਆਂ ਦੀ ਜੋ ਵਿਚਾਰ ਆਪਾਂ ਨੇ ਆਰੰਭ ਕੀਤੀ ਹੈ ਉਹ ਅੱਜ ਨਹੀਂ ਕਰ ਸਕੇ ਹਾਂ। ਕੱਲ੍ਹ ਤੋਂ ਆਪਾਂ ਜ਼ਰੂਰ, ਕੱਲ੍ਹ ਤੋਤੇ ਦੀ ਵਿਚਾਰ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਜ਼ਿਕਰ ਆਇਆ ਹੈ, ਕੱਲ੍ਹ ਆਪ ਜੀ ਦੇ ਸਨਮੁਖ ਰੱਖਾਂਗੇ। ਆਪ ਇਸੇ ਤਰ੍ਹਾਂ ਹੀ ਕਥਾ ਸਾਗਰ ਫੇਸਬੁੱਕ ਪੇਜ 'ਤੇ ਜੋ ਲਾਈਵ ਸਰਵਨ ਕਰ ਰਹੇ ਹੋ, ਉਸ ਨੂੰ ਫੋਲੋ ਕਰੋ, ਲਾਈਕ ਕਰੋ ਔਰ ਸ਼ੇਅਰ ਵੀ ਕਰ ਦਿਓ, ਤਾਂ ਕਿ ਹੋਰ ਸੰਗਤਾਂ ਤੱਕ ਵੀ ਪਹੁੰਚ ਜਾਵੇ। ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਾਰਿਆਂ ਨੂੰ ਲੱਖ ਲੱਖ ਵਧਾਈ, ਭੁੱਲਾਂ ਚੁੱਕਾਂ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।